तेरे कवण कवण गुण कह कह गावां। तू साहिब गुणी निधाना, तुमरी महिमा वरन न साकों। तू ठाकुर ऊच भगवाना। धन वाहिगुरु साहिब जी। गौड़ी कबीर जी। माधो जल की प्यास न जाए, जल में अगन उठी अधकाए। माधो जल की प्यास न जाए, जल में अगन उठी अधकाए। रहाओ तू जल निधों जल का मीना, जल में रहों जलै बिन खीना। तू पिंजर हों सुअटा तोर, जम जार कहाँ करे मोर। तू तरबर हों पंखी आहे, मंद भागी तेरो दर्शन नाहे। तू सतगुर हो नौ तन चेला, कह कबीर मिल अंत की बेला। तू सतगुर हो नौ तन चेला, कह कबीर मिल अंत की बेला। परम सन्मानयोग जुगो जुग अटल चबर तख्त दे मालक साहिब श्री गुरु ग्रंथ साहिब जी महाराज तिन्हां दी हजूरी अंदर जुड़ मिल बैठे अत सत्कारयोग सन्मानयोग सतसंगी जनों, आओ लड़ीवार गुरबाणी दी विचार नाल जुड़ीए। लड़ीवार चल रही गुरबाणी दी विचार राग गौड़ी भगतां की बाणी। कबीर जीओ बाबे कबीर साहब की बाणी रोजाना आपां विचारते हैं। कल दे दीवाना भी शुरुआत की है। आओ 2 नंबर शब्द की विचार शुरू करिए जी। गुरु ग्रंथ साहब का अंक है 324। आओ गुरमुखो विचारां की आरंभता करन तो पहला सारी संगत गज के आखो वाहिगुरू जी का खालसा वाहिगुरू जी की फतेह। बाबा कबीर जी अज दे शब्द अंदर कह रहे ने, माधो जल की प्यास न जाए, जल में आगन उठी अधकाए। कल आपां जिहड़ा एक लड़ी दे तहत विचार कीती सी, कल आपां गल कर रहे सी अब मोहे राम, अब मोहे जलत राम जल पाया। राम उदक तन जलत बुझाया। कल दे दीवाना विच आपां गल कीती सी, हे परमात्मा वाहिगुरू जीओ, मैं हुण परमात्मा दा नाम रूपी अमृत लभ लिया। इस अमृत पीण दे नाल मेरे तन दी प्यास बुझ गई है, मेरे मन की प्यास बुझ गई है। राम उदक तन जलत बुझाया। इस नाम रूपी जल ने, नाम रूपी पानी ने, भाव गुरु दे नाम ने, गुरु दे ज्ञान ने मेरे तन की जिहड़ी अंदर दी अग सी ना बुझा दिती है। जदों अंदर दी तपश खत्म हो जाती है, अंदर दा ईरखा साड़ा खत्म हो जाता है। सब तो वड्डा रोग है जी बंदे नूं। एक दूजे नूं वेख के अंदरों अंदर ही जली जाना, सड़ी जाना। गुरबाणी सतगुरु महाराज सब कुछ खत्म करते हैं। अज वाला जिहड़ा 2 नंबर शब्द है जी, बाबा कबीर जी कह रहे ने, जदों किसी मनुख की, किसी प्राणी की उस रब्बी
ਨਾਮ ਦੇ ਨਾਲ, ਪ੍ਰਮਾਤਮਾ ਦੇ ਨਾਲ ਸਾਂਝ ਬਣ ਜਾਂਦੀ ਹੈ, ਗੁਰੂ ਨਾਲ ਸਾਂਝ ਬਣ ਜਾਂਦੀ ਹੈ, ਫਿਰ ਮਹਾਰਾਜ ਕਹਿੰਦੇ ਉਹਦੇ ਅੰਦਰ ਪਿਆਸ ਪੈਦਾ ਹੁੰਦੀ ਹੈ। ਜਿਵੇਂ ਇੱਕ ਬੰਦਾ ਉਹ ਹੈ ਜਿਹੜਾ ਸਾਰਾ ਦਿਨ ਗਲਤ ਕਰਮ ਕਰਦਾ, ਭੈੜੇ ਤੋਂ ਭੈੜਾ ਕੰਮ ਕਰਦਾ, ਕਿਉਂਕਿ ਉਹਦਾ ਮਨ ਭੈੜੇ ਕੰਮਾਂ ਵਿੱਚ ਲੱਗਿਆ ਹੋਇਆ ਹੈ। ਜਿਉਂ-ਜਿਉਂ ਤੁਰਦਾ ਹਰ ਵੇਲੇ ਭੈੜੇ ਕੰਮ ਕਰਨੇ, ਮਾੜੇ ਕੰਮ ਕਰਨੇ। ਇੱਕ ਬੰਦਾ ਉਹ ਹੈ ਜਿਹਨੂੰ ਮਹਾਰਾਜ ਨੇ ਗੁਰਮੁਖ ਦਾ ਦਰਜਾ ਦਿੱਤਾ, ਜਿਹੜਾ ਆਪਣੇ ਆਪੇ ਨੂੰ ਸਵਾਰਦਾ ਤੇ ਹੋਰਨਾਂ ਦੇ ਆਪੇ ਨੂੰ ਵੀ ਸਵਾਰ ਦਿੰਦਾ ਹੈ। ਬਾਬਾ ਕਬੀਰ ਜੀ ਕਹਿੰਦੇ ਮਾਧੋ ਜਲ ਕੀ ਪਿਆਸ ਨਾ ਜਾਏ। ਮਾਧੋ ਦਾ ਅਰਥ ਹੈ ਜੀ ਹੇ ਮਾਧਵ। ਮਾਧੋ ਦਾ ਅਰਥ ਰੱਬ ਹੈ, ਪਰਮਾਤਮਾ ਹੈ। ਬਾਬਾ ਕਬੀਰ ਜੀ ਉਸ ਰੱਬ ਅੱਗੇ ਬੇਨਤੀ ਕਰਦੇ ਨੇ, ਬਿਨੇ ਕਰਦੇ ਨੇ, ਮਾਧੋ ਜਲ ਕੀ ਪਿਆਸ ਨਾ ਜਾਏ। ਹੇ ਰੱਬ ਜੀ, ਵਾਹਿਗੁਰੂ ਜੀ, ਅੰਦਰ ਜਿਹੜੀ ਪਿਆਸ ਲੱਗੀ ਆ ਨਾ, ਜਾਂਦੀ ਨਹੀਂ ਹੁਣ। ਮੇਰਾ ਮਨ ਉਤਾਵਲਾ ਹੋ ਗਿਆ, ਮੇਰੇ ਮਨ ਅੰਦਰ ਤਾਂਘ ਪੈਦਾ ਹੋ ਗਈ, ਮੇਰੇ ਮਨ ਅੰਦਰ ਖਿੱਚ ਪੈਦਾ ਹੋ ਗਈ। ਕਾਹਦੀ? ਅੰਮ੍ਰਿਤ ਪੀਣ ਦੀ, ਗੁਰੂ ਦਾ ਨਾਮ ਅੰਮ੍ਰਿਤ ਪੀਣ ਦੀ, ਗੁਰੂ ਦਾ ਸ਼ਬਦ ਅੰਮ੍ਰਿਤ ਪੀਣ ਦੀ ਮੇਰੇ ਮਨ ਅੰਦਰ ਤਾਂਘ ਪੈਦਾ ਹੋਈ। ਅੱਗੇ ਮਹਾਰਾਜ ਕਹਿੰਦੇ ਜਲ ਮੈਂ ਅਗਨ ਉੱਠੀ ਅਧਕਾਏ। ਸਤਿਗੁਰੂ ਜੀ ਕਹਿ ਰਹੇ ਨੇ ਜਲ ਦੇ ਵਿੱਚ ਅਗਨ ਉੱਠੀ ਅਧਕਾਏ। ਪਾਤਸ਼ਾਹ ਜੀ ਕਹਿ ਰਹੇ ਨੇ ਤਾਂਘ ਰੂਪੀ ਅੱਗ। ਇੱਕ ਤਾਂ ਸਾੜੇ ਦੀ ਅੱਗ ਸੀ ਜਿਹੜੀ ਮੇਰੇ ਅੰਦਰ ਬਲਦੀ ਸੀ, ਅੰਦਰ ਜੈਲਸਪੁਣਾ, ਸਾੜਾ ਅੰਦਰ ਸੀ। ਇੱਕ ਹੁਣ ਤਾਂਘ ਦੀ ਅੱਗ ਪੈਦਾ ਹੋ ਗਈ ਹੈ। ਦੋਵਾਂ ਅੰਦਰ ਬਹੁਤ ਬੜਾ ਅੰਤਰ ਹੈ ਜੀ। ਇੱਕ ਤਾਂ ਤਾਂਘ ਲੱਗ ਜਾਣੀ ਪਰਮਾਤਮਾ ਦੇ ਦੀਦਾਰ ਦੀ, ਰੱਬ ਦੇ ਨਾਮ ਦੀ। ਇੱਕ ਅੰਦਰ ਸਾੜਾ, ਈਰਖਾ ਪੈਦਾ ਹੋ ਜਾਣੇ। ਜਦੋਂ ਪਾਤਸ਼ਾਹ ਜੀ ਕਹਿੰਦੇ ਪਿਆਸ ਲੱਗੀ ਨਹੀਂ ਸੀ ਤੇਰੇ ਨਾਮ ਦੀ, ਤੇਰੀ ਵਿਚਾਰ ਦੀ, ਉਦੋਂ ਅੰਦਰ ਤਪਸ਼ ਪੈਦਾ ਹੁੰਦੀ ਸੀ, ਅੱਗ ਪੈਦਾ ਹੁੰਦੀ ਸੀ। ਪਰ ਅੱਗ ਹੁਣ ਵੀ ਪੈਦਾ ਹੁੰਦੀ ਹੈ। ਹੁਣ ਤਾਂਘ ਵਾਲੀ ਅੱਗ ਪੈਦਾ ਹੁੰਦੀ ਹੈ। ਜਲ ਮੈਂ ਅਗਨ ਉੱਠੀ ਅਧਕਾਏ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਗੁਰੂ ਪਾਤਸ਼ਾਹ ਜੀ ਬਾਣੀ ਅੰਦਰ ਕਹਿ ਰਹੇ ਨੇ, ਬਾਬਾ ਕਬੀਰ ਜੀ ਸਮਝਾ ਰਹੇ ਨੇ। ਬਾਬਾ ਕਬੀਰ ਜੀ ਕਹਿ ਰਹੇ ਨੇ ਭਾਵ ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ, ਹੁਣ ਇਹ ਤ੍ਰੇ ਮਿਟਦੀ ਨਹੀਂ। ਤੇਰਾ ਨਾਮ ਅੰਮ੍ਰਿਤ ਪੀਂਦਿਆਂ ਪੀਂਦਿਆਂ ਵਧੀਕ ਤਾਂਘ ਹੋ ਜਾਂਦੀ ਹੈ। ਵਧੀਕ ਦਾ ਅਰਥ ਹੋਰ ਤਾਂਘ ਵੱਧ ਜਾਂਦੀ ਹੈ। ਅਧਕਾਏ ਦਾ ਅਰਥ ਹੁੰਦਾ ਜੀ ਰੱਜਣਾ, ਰੱਜਿਆ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਤੇਰਾ ਨਾਮ ਜਪ ਕੇ, ਤੇਰਾ ਨਾਮ ਧਿਆ ਕੇ ਰੱਜ ਨਹੀਂ ਆਉਂਦਾ। ਚਿੱਤ ਕਰਦਾ, ਮਨ ਕਰਦਾ ਹਰ ਵੇਲੇ ਜਪੀ ਜਾਈਏ, ਹਰ ਵੇਲੇ ਨਾਮ ਰੂਪੀ ਅੰਮ੍ਰਿਤ ਪੀਂਦੇ ਜਾਈਏ। ਰਹਾਉ ਵਾਲੇ ਬੰਦ ਅੰਦਰ ਮਹਾਰਾਜ ਨੇ ਇਹੀ ਆਪਾਂ ਨੂੰ ਵਿਚਾਰ ਦਿੱਤੀ ਹੈ ਜੀ। ਅੰਮ੍ਰਿਤ ਦੀ ਜਿਹੜੀ ਤ੍ਰੇ ਹੈ ਮਿਟਦੀ ਨਹੀਂ, ਭਾਵ ਮਨ ਰੱਜਦਾ ਨਹੀਂ ਗੁਰੂ ਵਾਲੇ ਪਾਸਿਓਂ। ਹੁਣ ਜਿਹੜਾ ਮਨ ਵਿਕਾਰਾਂ ਦੇ ਵਿੱਚ ਗਲਤਾਨ ਸੀ, ਵਿਕਾਰਾਂ ਦੇ ਵਿੱਚ ਖਚਤ ਸੀ, ਉਹ ਮਨ ਵਿਕਾਰਾਂ ਵਿੱਚੋਂ ਨਿਕਲ ਕੇ, ਵਿਕਾਰਾਂ ਨੂੰ ਛੱਡ ਕੇ ਗੁਰੂ ਵਾਲੇ ਪਾਸੇ ਆ ਕੇ ਜਿਉਣਾ ਸ਼ੁਰੂ ਕਰ ਦਿੱਤਾ। ਇਹ ਸਾਡੀ ਗੱਲ ਮਹਾਰਾਜ ਕਰਦੇ ਨੇ। ਜਦੋਂ ਬੰਦਾ ਭੈੜੇ ਕੰਮ ਛੱਡ ਕੇ, ਗਲਤ ਵਿਚਾਰਾਂ ਨੂੰ ਛੱਡ ਕੇ ਗੁਰੂ ਮੁਤਾਬਕ ਜ਼ਿੰਦਗੀ ਜਿਉਂਦਾ ਨਾ, ਫਿਰ ਉਹਦੀ ਜ਼ਿੰਦਗੀ, ਉਹਦਾ ਜੀਵਨ ਬਹੁਤ ਸੋਹਣਾ ਬਣ ਜਾਂਦਾ। ਅਗਲੀ ਜਿਹੜੀ ਪੰਕਤੀ, ਅਗਲਾ ਜਿਹੜਾ ਬੰਦਾ ਇਹ ਰਹਾਉ ਵਾਲਾ ਬੰਦ ਸੀ ਜੀ। ਅੱਗੇ ਮਹਾਰਾਜ ਰੱਬ ਨੂੰ ਬੜਾ ਪਿਆਰਾ ਸ਼ਬਦ ਵਰਤ ਰਹੇ ਨੇ, ਤੂੰ ਜਲ ਨਿਧਾਉ ਜਲ ਕਾ ਮੀਨ, ਜਲ ਮੈਂ ਰਹੂੰ ਜਲੈ ਬਿਨ ਖੀਨ। ਬਾਬਾ ਕਬੀਰ ਜੀ ਕਹਿੰਦੇ ਹੇ ਪ੍ਰਮਾਤਮਾ ਜੀ, ਤੂੰ ਜਲ ਵਿੱਚ ਰਹਿਣ ਵਾਲਾ ਹੈ, ਜਲ ਨਿਧ, ਤੂੰ ਜਲ ਦਾ ਖਜ਼ਾਨਾ ਹੈ। ਅੱਗੇ ਮਹਾਰਾਜ ਕਹਿੰਦੇ ਹਉ ਜਲ ਕਾ ਮੀਨ, ਮੈਂ ਉਸ ਜਲ ਦੀ ਮੱਛੀ ਹਾਂ। ਜਿਹੜੇ ਸਮੁੰਦਰ ਸਾਗਰ ਵਿੱਚ ਤੂੰ ਰਹਿਣਾ ਨਾ, ਐਡਾ ਵੱਡਾ ਖਜ਼ਾਨਾ ਤੇ ਪੈਦਾ ਕਰ ਦਿੱਤਾ, ਉਹ ਸਮੁੰਦਰ ਸਾਗਰ ਦੀ ਮੈਂ ਨਿੱਕੀ ਜੀ ਮੱਛੀ ਬਣੀ ਹੋਇਆ। ਪਾਤਸ਼ਾਹ ਜੀ ਇੱਕ ਅਲੰਕਾਰ ਦੇ ਵਿੱਚ ਗੱਲ ਕਰਦੇ ਨੇ, ਕਿਉਂਕਿ ਜਿੰਨਾ ਆਪਾਂ ਪਸਾਰਾ ਵੇਖ ਰਹੇ ਹਾਂ, ਦਿਸ ਰਿਹਾ ਸਾਨੂੰ, ਇਹ ਸਾਰਾ ਪਸਾਰਾ ਉਸ ਵਾਹਿਗੁਰੂ ਪਰਮਾਤਮਾ ਦਾ ਬਣਾਇਆ ਹੋਇਆ ਹੈ।
ਤੂੰ ਜਲ ਨਿਧ ਹੋਂ ਜਲ ਕਾ ਮੀਨ। ਪਾਤਸ਼ਾਹ ਜੀ ਕਹਿੰਦੇ ਜਲ ਮੈਂ ਰਹੂੰ ਜਲੈ ਬਿਨ ਖੀਨ। ਮੈਂ ਇਸ ਜਲ ਦੇ ਵਿੱਚ ਰਹਿਣਾ, ਇਸ ਨਾਮ ਰੂਪੀ ਜਲ ਦੇ ਵਿੱਚ ਰਹਿਣਾ। ਜੇ ਕਿਤੇ ਇਹਦੇ ਵਿੱਚੋਂ ਨਿਕਲ ਜਾਵਾਂ ਨਾ, ਪਾਤਸ਼ਾਹ ਜੀ ਇੱਥੇ ਜਿਹੜੀ ਆਪਾਂ ਨੂੰ ਵਿਚਾਰ ਦੇ ਰਹੇ ਨੇ, ਬਾਬਾ ਕਬੀਰ ਜੀ ਕਹਿ ਰਹੇ ਨੇ, ਜੇ ਕਿਤੇ ਇਹਦੇ ਵਿੱਚੋਂ ਨਿਕਲ ਜਾਵਾਂ ਮੈਂ ਕਮਜ਼ੋਰ ਹੋ ਜਾਣਾ, ਆਤਮਿਕ ਤੌਰ 'ਤੇ ਮਨ ਕਰਕੇ ਕਮਜ਼ੋਰ ਹੋ ਜਾਣਾ। ਸਭ ਤੋਂ ਪਹਿਲਾਂ ਬੰਦਾ ਕੌਣ ਮਰਦਾ ਜੀ? ਜਿਹੜਾ ਮਨ ਕਰਕੇ ਕਮਜ਼ੋਰ ਹੁੰਦਾ। ਮਨ ਦਾ ਪੱਕਾ ਹੋਣਾ, ਮਨ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਆਪਾਂ 2 ਨੰਬਰ ਬੰਦ ਦੀ ਪਹਿਲਾ ਜਿਹੜਾ ਬੰਦ ਵਿਚਾਰ ਰਹੇ ਸੀ ਜੀ, ਪਾਤਸ਼ਾਹ ਜੀ ਪਹਿਲੇ ਬੰਦ ਅੰਦਰ ਇਹੀ ਗੱਲ ਕਹਿ ਰਹੇ ਨੇ, ਹੇ ਪ੍ਰਭੂ ਤੂੰ ਜਲ ਦਾ ਖਜ਼ਾਨਾ ਸਮੁੰਦਰ ਹੈ ਤੇ ਮੈਂ ਉਸ ਜਲ ਦਾ ਮੱਛ ਹਾਂ, ਉਹ ਜਲ ਵਿੱਚ ਰਹਿਣ ਵਾਲਾ ਹਾਂ, ਜਲ ਵਿੱਚ ਹੀ ਜਿਉਂਦਾ ਰਹਿ ਸਕਦਾ ਹਾਂ। ਇੱਥੇ ਮਹਾਰਾਜ ਆਤਮਿਕ ਜੀਵਨ ਦੀ ਗੱਲ ਕਰਦੇ ਨੇ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਰਹਿ ਨਹੀਂ ਸਕਦੀ। ਪਾਤਸ਼ਾਹ ਜੀ ਕਹਿ ਰਹੇ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਗੱਲ ਆਖੀ, ਗੁਣ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ। ਬੰਦਾ ਵੀ ਮਰਦਾ ਜੀ, ਜੇ ਤੈਂ ਗੁਣ ਗਾਏ ਨਹੀਂ, ਗੁਣਾਂ ਨੂੰ ਜ਼ਿੰਦਗੀ ਵਿੱਚ ਵਸਾਇਆ ਨਹੀਂ ਹੈ, ਪਰਮਾਤਮਾ ਦੇ ਨਾਮ ਨੂੰ ਧਿਆਇਆ ਨਹੀਂ ਹੈ, ਤੇਰਾ ਜਨਮ ਆਕਾਰਥ ਹੈ। ਸਕਾਰਤ ਨਹੀਂ, ਆਕਾਰਥ ਹੋ ਗਿਆ। ਜਨਮ ਆਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋ ਮੀਨ। ਜਦੋਂ ਮਹਾਰਾਜ ਨੇ ਪ੍ਰੀਤ ਦੀ ਗੱਲ ਕੀਤੀ ਨਾ, ਪਿਆਰ ਦੀ ਗੱਲ ਕੀਤੀ, ਜਿਵੇਂ ਮੱਛੀ ਦੀ ਪ੍ਰੀਤ ਪਾਣੀ ਨਾਲ ਹੁੰਦੀ ਹੈ, ਸਿੱਖਾ ਤੇਰੀ ਪ੍ਰੀਤ ਵੀ ਬਾਣੀ ਨਾਲ ਬਣਨੀ ਚਾਹੀਦੀ ਹੈ। ਬਾਬੇ ਕਬੀਰ ਨੇ, ਗੁਰੂ ਸਾਹਿਬ ਨੇ ਬਾਣੀ ਅੰਦਰ ਬਹੁਤ ਉਦਾਹਰਨਾਂ ਵਰਤੀਆਂ ਨੇ। ਭਗਤ ਰਵਿਦਾਸ ਜੀ ਨੇ ਮੱਛੀ ਦਾ ਜ਼ਿਕਰ ਕੀਤਾ ਆਪਣੀ ਬਾਣੀ ਅੰਦਰ। ਕੱਟ ਦਿੱਤਾ ਗਿਆ, ਭੋਜਨ ਬਣਾ ਕੇ ਛਕਿਆ ਗਿਆ, ਫਿਰ ਵੀ ਅੰਦਰ ਗਈ ਵੀ ਮੱਛੀ, ਪਾਣੀ ਨਹੀਂ ਵਿਸਰਿਆ। ਇੱਥੇ ਕਿਉਂਕਿ ਪਾਣੀ ਨਾਲ ਲਗਾ, ਪਾਣੀ ਨਾਲ ਪ੍ਰੀਤ ਇੰਨੀ ਬਣੀ ਹੋਈ ਹੈ। ਇਹ ਤਾਂ ਨਾ ਤਾਂ ਮਹਾਰਾਜ ਮੱਛੀ ਨੂੰ ਕਹਿ ਰਹੇ ਨੇ, ਕੁਝ ਮੱਛੀ ਵਾਸਤੇ ਬਾਣੀ ਉਚਾਰਨ ਕਰ ਰਹੇ ਨੇ, ਗੱਲ ਤਾਂ ਮਨੁੱਖੀ ਮਨ ਦੀ ਕਰਦੇ ਨੇ। ਜਦੋਂ ਮਨ ਗੁਰੂ ਵਾਲੇ ਪਾਸੇ ਟੁੱਟ ਜਾਂਦਾ ਨਾ, ਮਨ ਦੀ ਹਾਲਤ ਵੀ ਇੱਕ ਮੱਛੀ ਵਰਗੀ ਬਣ ਜਾਂਦੀ ਹੈ। ਤੁਸੀਂ ਮੱਛੀ ਨੂੰ ਪਾਣੀ 'ਚੋਂ ਕੱਢੋਗੇ ਨਾ, ਕੁਝ ਪਲ ਰਵੇਗੀ, ਪਾਣੀ 'ਚੋਂ ਕੱਢੋਗੇ ਉਹ ਮਰ ਜਾਂਦੀ ਹੈ। ਪਾਣੀ ਮੱਛੀ ਦਾ ਜੀਵਨ ਹੈ। ਸਾਡਾ ਸਾਰਿਆਂ ਦਾ ਜੀਵਨ ਕੀ ਹੈ? ਗੁਰਬਾਣੀ ਹੈ। ਗੁਰੂ ਗ੍ਰੰਥ ਸਾਹਿਬ ਦਾ ਪੱਲਾ ਛੱਡਿਆ, ਗੁਰਬਾਣੀ ਦਾ ਪੱਲਾ ਛੱਡਿਆ, ਸਾਡੀ ਵੀ ਮੌਤ ਹੋ ਜਾਂਦੀ ਹੈ। ਕਿਹੜੀ ਮੌਤ ਹੁੰਦੀ ਹੈ? ਜਿਹਨੂੰ ਆਤਮਿਕ ਮੌਤ ਕਿਹਾ। ਆਤਮਾ ਸਾਡੀ ਮਰ ਜਾਂਦੀ ਹੈ ਜੀ ਬਾਣੀ ਤੋਂ ਬਿਨਾਂ। ਆਤਮਾ ਮੈਲੀ ਹੋ ਜਾਂਦੀ ਹੈ ਬਾਣੀ ਤੋਂ ਬਿਨਾਂ। ਬਾਣੀ ਸਾਡੀ ਆਤਮਾ ਨੂੰ ਪਵਿੱਤਰ ਬਣਾਉਂਦੀ ਹੈ। ਗੁਰੂ ਸਾਹਿਬ ਦਾ ਜਿਹੜਾ ਗਿਆਨ ਹੈ ਸਾਡੇ ਜੀਵਨ ਵਿੱਚੋਂ ਮੈਲ ਨੂੰ ਕੱਢਦਾ ਹੈ। ਇੱਥੇ ਆਪਾਂ ਇਹੀ ਵਿਚਾਰ ਕਰ ਰਹੇ ਸੀ ਇਸ ਪੰਕਤੀ ਅੰਦਰ। ਪਾਤਸ਼ਾਹ ਜੀ ਕਹਿ ਰਹੇ ਨੇ, ਜਲ ਵਿੱਚ ਹੀ ਮੈਂ ਜਿਉਂਦਾ ਰਹਿ ਸਕਦਾ ਹਾਂ। ਅੰਮ੍ਰਿਤ ਪੀ ਕੇ, ਬਾਣੀ ਪੜ੍ਹ ਕੇ, ਬਾਣੀ ਸੁਣ ਕੇ, ਬਾਣੀ ਦਾ ਗਿਆਨ ਪ੍ਰਾਪਤ ਕਰਕੇ ਹੀ ਮੈਂ ਜਿਉਂਦਾ ਰਹਿ ਸਕਦਾ ਹਾਂ। ਬਾਣੀ ਦਾ ਗਿਆਨ ਵਿਸਰ ਗਿਆ, ਆਖਾਂ ਜੀਵਾਂ ਵਿਸਰੈ ਮਰ ਜਾਓ। ਜਿਉਣਾ ਉਹਨਾਂ ਚਿਰ ਮੈਂ ਜਦੋਂ ਤੇਰੇ ਨਾਮ ਨਾਲ ਜੁੜਿਆ ਹੋਇਆ ਹਾਂ। ਨਾਮ ਵਿਸਰ ਗਿਆ, ਮਹਾਰਾਜ ਕਹਿੰਦੇ ਆਤਮਿਕ ਤੌਰ 'ਤੇ ਡੈਡ ਹੋ ਗਿਆ, ਮੌਤ ਹੋ ਗਈ। ਅੱਗੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ ਜੀ। ਪਾਤਸ਼ਾਹ ਜੀ ਕਹਿ ਰਹੇ ਨੇ, ਤੂੰ ਜਲ ਨਿਧ ਹੋਂ ਜਲ ਕਾ ਮੀਨ, ਜਲ ਮੈਂ ਰਹੂੰ ਜਲੈ ਬਿਨ ਖੀਨ। ਅੱਗੇ ਮਹਾਰਾਜ ਕਹਿੰਦੇ, ਤੂੰ ਪਿੰਜਰ ਹੋਂ ਸੁਵਟਾ ਤੋਰ, ਜਮ ਮੰਝਾਰ ਕਹਾਂ ਕਰੈ ਮੋਰ। ਪਾਤਸ਼ਾਹ ਜੀ ਕਹਿ ਰਹੇ ਨੇ ਇਸ ਪੰਕਤੀ ਅੰਦਰ, ਤੂੰ ਪਿੰਜਰਾ ਹੈ ਮੇਰੇ ਵਾਸਤੇ ਵਾਹਿਗੁਰੂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ। ਅਲੰਕਾਰ ਦੇ ਵਿੱਚ ਗੱਲ ਕੀਤੀ ਮਹਾਰਾਜ ਨੇ ਜੀ। ਹੇ ਵਾਹਿਗੁਰੂ, ਜੇ ਤੂੰ ਪਿੰਜਰਾ ਬਣ ਜਾਵੇਂ ਨਾ, ਮੈਂ ਤੋਤਾ ਬਣ ਸਕਦਾ। ਭਾਵ ਤੇਰੀ ਅਧੀਨਗੀ ਵਿੱਚ ਰਹਿਣ ਨੂੰ ਤਿਆਰ ਹਾਂ। ਅੱਗੇ ਮਹਾਰਾਜ ਕਹਿੰਦੇ, ਤੇਰੇ ਆਸਰੇ ਰਿਹਾ ਜਮ ਰੂਪੀ ਬਿੱਲਾ, ਮੇਰਾ ਕੀ ਵਿਗਾੜ ਸਕਦਾ ਹੈ। ਦੇਖੋ, ਇੱਕ ਬਾਣੀ ਦੇ ਅੱਖਰੀ ਅਰਥ ਨੇ ਜੀ, ਇੱਕ ਬਾਣੀ ਦੇ ਭਾਵ ਅਰਥ ਨੇ। ਮਹਾਰਾਜ ਨੇ, ਮੈਂ ਪਹਿਲਾਂ ਗੱਲ ਕਰ ਦਿੱਤੀ ਵੀ ਜਿਹੜੇ ਬਾਣੀ ਵਿੱਚ ਕਿਤੇ ਤੋਤੇ ਦਾ ਜ਼ਿਕਰ ਆ ਗਿਆ, ਕਿਤੇ ਬਿੱਲੇ ਦਾ ਜ਼ਿਕਰ ਆ ਗਿਆ। ਮਹਾਰਾਜ ਜ਼ਿਕਰ ਪਤਾ ਕਿਉਂ ਕਰ ਰਹੇ ਨੇ? ਮਨੁੱਖ ਨੂੰ ਸਮਝਾਉਣ ਲਈ। ਪਾਤਸ਼ਾਹ ਜੀ ਕਹਿ ਰਹੇ ਨੇ, ਜਦੋਂ ਸਾਡੇ ਮਨ ਉੱਤੇ ਵਿਕਾਰਾਂ ਦਾ ਜੰਜਾਲ ਲੈ ਗਿਆ ਨਾ, ਨਾਮ ਰੂਪੀ ਗਿਆਨ ਰੂਪੀ
ਜਿੰਦਰਾ ਸਾਡੇ ਮਨ ਉੱਤੇ ਲੱਗ ਗਿਆ, ਅਸੀਂ ਗਿਆਨ ਦੇ ਧਾਰਨੀ ਹੋ ਗਏ, ਅਕਲ ਆ ਗਈ ਸਾਨੂੰ, ਸਮਝ ਆ ਗਈ ਸਾਨੂੰ। ਫਿਰ ਮਹਾਰਾਜ ਕਹਿੰਦੇ ਮੇਰਾ ਮਨ ਜਿਹੜਾ ਕਮਜ਼ੋਰ ਸੀ ਨਾ, ਕਮਜ਼ੋਰ ਜਿਹਾ ਮਨ, ਹੁਣ ਕਮਜ਼ੋਰ ਜਿਹਾ ਮਨ ਤਕੜਾ ਹੋ ਗਿਆ, ਕਿਉਂਕਿ ਕਮਜ਼ੋਰ ਮੇਰਾ ਮਨ ਤੋਤੇ ਵਰਗਾ ਸੀ ਨਾ ਜਿਹੜਾ, ਹੁਣ ਉਹਨੂੰ ਕੋਈ ਡਰ ਨਹੀਂ ਵੀ ਉਹਨੂੰ ਕੋਈ ਬਿੱਲਾ ਆ ਕੇ ਫੜੂਗਾ। ਹੁਣ ਬਿੱਲੇ ਦਾ ਅਰਥ ਕੀ ਹੈ ਇੱਥੇ ਜੀ? ਕਿਉਂਕਿ ਅਕਸਰ ਜਿਹੜਾ ਬਿੱਲਾ ਹੁੰਦਾ ਨਾ, ਉਹ ਪਿੰਜਰੇ ਦੇ ਪੰਛੀਆਂ ਤੇ ਕਿੰਨਾ ਹਮਲਾ ਕਰਦਾ, ਕੁਝ ਨਹੀਂ ਛੱਡਦਾ ਉਹ। ਇੱਥੇ ਮਹਾਰਾਜ ਕਮਜ਼ੋਰ ਜਿਹੇ ਮਨ ਨੂੰ ਕਹਿ ਰਹੇ ਨੇ। ਬਿੱਲੇ ਦਾ ਅਰਥ ਕੀ ਹੈ? ਜਮਾ ਰੂਪੀ ਬਿੱਲਾ, ਵਿਕਾਰ ਨੇ ਜਿਹੜੇ, ਭੈੜੇ ਔਗਣ ਨੇ, ਭੈੜੀਆਂ ਆਦਤਾਂ ਨੇ। ਪਾਤਸ਼ਾਹ ਜੀ ਕਹਿ ਰਹੇ ਨੇ ਤੇਰੇ ਆਸਰੇ ਜਮ ਰੂਪੀ ਬਿੱਲਾ ਮੇਰਾ ਕੁਝ ਨਹੀਂ ਵਿਗਾੜ ਸਕਦਾ ਜਦੋਂ ਮੇਰੇ ਕੋਲ ਨਾਮ ਦਾ ਸਹਾਰਾ ਹੈ। ਅਗਲੀ ਜਿਹੜੀ ਪੰਕਤੀ ਹੈ ਜੀ, ਤੂੰ ਤਰਵਰ ਹਉ ਪੰਖੀ ਆਹੇ। ਤਰਵਰ ਦਾ ਅਰਥ ਹੁੰਦਾ ਜੀ ਰੁੱਖ। ਹੇ ਵਾਹਿਗੁਰੂ, ਤੂੰ ਇੱਕ ਰੁੱਖ ਹੈ, ਮੈਂ ਉਸ ਰੁੱਖ ਉੱਤੇ ਰਹਿਣ ਵਾਲਾ ਪੰਛੀ ਹਾਂ। ਬਾਬਾ ਕਬੀਰ ਜੀ ਕਹਿ ਰਹੇ ਨੇ, ਹੇ ਵਾਹਿਗੁਰੂ, ਰੁੱਖ ਵੀ ਤੂੰ ਹੀ ਹੈ ਅਤੇ ਉਸ ਰੁੱਖ ਉੱਤੇ ਰਹਿਣ ਵਾਲਾ ਪੰਛੀ ਹਾਂ ਮੈਂ। ਅੱਗੇ ਮਹਾਰਾਜ ਕਹਿੰਦੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਕਈ ਇੰਨੇ ਮੰਦਿਆਂ ਭਾਗਾਂ ਵਾਲੇ ਨੇ, ਭੈੜੇ ਕਰਮਾਂ ਵਾਲੇ ਨੇ, ਜਿਨ੍ਹਾਂ ਨੇ ਹਾਲੇ ਤੱਕ ਤੇਰਾ ਦੀਦਾਰ ਨਹੀਂ ਕੀਤਾ। ਤੁਸੀਂ ਰੱਬ ਦੇ ਨਾਂ 'ਤੇ ਜੇ ਤੁਸੀਂ ਗੱਲ ਕਰੋਗੇ ਨਾ, ਰੱਬ ਦੇ ਨਾਂ 'ਤੇ ਕਿੰਨੇ ਝਗੜੇ ਨੇ, ਕਿੰਨੇ ਰੌਲੇ ਨੇ। ਬਾਬੇ ਕਬੀਰ ਨੇ ਰੱਬ ਦੀ ਨੇੜਤਾ ਬਾਰੇ ਕਿੰਨਾ ਸੋਹਣਾ ਫਰਮਾਨ ਸਾਨੂੰ ਦਿੱਤਾ। ਮਹਾਰਾਜ ਪਹਿਲਾਂ ਗੱਲ ਕਹਿੰਦੇ ਨੇ, ਜਲ ਵਿੱਚ ਵੀ ਤੂੰ ਹੈ ਹੇ ਵਾਹਿਗੁਰੂ। ਪਾਤਸ਼ਾਹ ਜੀ ਕਹਿੰਦੇ, ਸੰਸਾਰ ਅੰਦਰ ਰਮਿਆ ਹੋਇਆ ਤੂੰ ਹੈ, ਸਾਰੇ ਕਿਤੇ ਰਮਿਆ ਹੋਇਆ ਤੂੰ ਹੈ, ਦਰਖਤ ਉੱਤੇ ਵੀ ਤੂੰ ਰਹਿਣਾ। ਆ ਜਿੰਨੀ ਬਣਾਈ ਕੁਦਰਤ ਆ ਨਾ ਵਾਹਿਗੁਰੂ, ਤੇਰੀ ਬਣਾਈ ਹੋਈ ਹੈ। ਇਹ ਗੱਲ ਅਸੀਂ ਸਮਝ ਨਹੀਂ ਰਹੇ ਜੀ। ਅਸੀਂ ਰੱਬ ਨੂੰ ਧਾਰਮਿਕ ਅਸਥਾਨਾਂ ਵਿੱਚੋਂ ਲੱਭਦੇ ਹਾਂ, ਧਾਰਮਿਕ ਅਦਾਰਿਆਂ ਵਿੱਚੋਂ ਲੱਭਦੇ ਹਾਂ। ਤੁਸੀਂ ਵੇਖੋ, ਰੱਬ ਨੂੰ ਖੁਸ਼ ਕਰਨ ਵਾਸਤੇ ਬੰਦਾ ਕਿੰਨਾ ਕੁਝ ਕਰਦਾ ਹੈ। ਪੁਰਾਤਨ ਸਮਾਂ ਪੜ੍ਹ ਕੇ ਵੇਖੋ, ਰੱਬ ਨੂੰ ਖੁਸ਼ ਕਰਨ ਵਾਸਤੇ ਬਲੀਆਂ ਦਿੱਤੀਆਂ ਜਾਂਦੀਆਂ ਸੀ ਵੀ ਰੱਬ ਸਾਡੇ ਤੇ ਖੁਸ਼ ਹੋਵੇਗਾ, ਰੱਬ ਸਾਡੇ ਤੇ ਤਰੁੱਠੇਗਾ। ਕਿੰਨੇ ਨਰਜਿੰਦ, ਜਦੋਂ ਅਸੀਂ ਰੱਬ ਦੀ ਗੱਲ ਕਰਦੇ ਨਾ, ਨਿਰਜਿੰਦ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਸੀ ਰੱਬ ਦੇ ਨਾਂ 'ਤੇ, ਜਿਨ੍ਹਾਂ ਵਿੱਚ ਕੋਈ ਜਿੰਦ ਨਹੀਂ ਸੀ। ਪੱਥਰਾਂ ਦੀ ਪੂਜਾ, ਇੱਥੇ ਬਹੁਤ ਕੁਝ ਰੱਬ ਦੇ ਨਾਂ 'ਤੇ ਭਰਮ ਪਾ ਕੇ ਸਾਡੇ ਕੋਲੋਂ ਕਰਾਇਆ ਗਿਆ। ਅੱਜ ਵੀ ਲੋਕ ਕਰੀ ਜਾਂਦੇ ਨੇ। ਇੱਥੇ ਬੜੀ ਸੋਹਣੀ ਵਿਚਾਰ ਦਿੱਤੀ ਮਹਾਰਾਜ। ਕਹਿ ਰਹੇ ਨੇ, ਰੱਬ ਤਾਂ ਭਾਈ ਸਾਰੇ ਕਿਤੇ ਰਮਿਆ ਹੋਇਆ, ਆਸਾ ਪਾਸਾ ਆਲਾ ਦੁਆਲਾ ਸਾਰਾ ਹੀ ਰੱਬ ਦਾ ਘਰ ਹੈ, ਸਾਰੀ ਕਿਤੇ ਰੱਬ ਆ ਨਾ। ਗੁਰਦੁਆਰਾ ਗੁਰੂ ਸਥਾਨ ਆ ਨਾ ਜਿਹੜਾ, ਇਹ ਤਾਂ ਸਾਨੂੰ ਸੂਝ ਦਿੰਦਾ, ਸਿੱਖਿਆ ਦਿੰਦਾ ਹੈ। ਮੈਂ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਕਈ ਵਾਰ ਇਸ ਤਰ੍ਹਾਂ ਵਾਪਰਦਾ ਵੀ ਗੁਰਦੁਆਰੇ ਸਾਡੇ ਸਭ ਕੁਝ ਚੇਤੇ ਹੁੰਦਾ ਵੀ ਅੱਜ ਇਸ ਸ਼ਬਦ ਦੀ ਵਿਚਾਰ ਕੀਤੀ, ਅੱਜ ਬਾਬੇ ਕਬੀਰ ਨੇ ਇਹ ਗੱਲ ਸਾਨੂੰ ਦੱਸੀ ਹੈ। ਜਦੋਂ ਅਸੀਂ ਬਾਹਰ ਹੁੰਦੇ ਹਾਂ ਕਈ ਵਾਰ ਭੁੱਲ ਜਾਂਦੇ ਹਾਂ ਸਾਰਾ ਕੁਝ। ਬਾਣੀ ਵਾਰ-ਵਾਰੇ ਪੁਕਾਰਦੀ ਹੈ, ਇਹ ਗੱਲ ਕਹਿੰਦੀ ਹੈ, ਜਿਹੜੇ ਰੱਬ ਨੂੰ ਤੂੰ ਤੀਰਥਾਂ ਤੋਂ ਲੱਭਦਾ ਹੈ, ਦੂਰ ਦਰੇਡੇ ਜਾ ਕੇ ਜੰਗਲਾਂ ਵਿੱਚੋਂ ਲੱਭਦਾ, ਰੱਬ ਘਰ ਵਿੱਚ ਬੈਠਿਆ ਤੇਰੇ। ਮਾਂ ਵੀ ਰੱਬ ਹੀ ਹੈ, ਪਿਓ ਵੀ ਰੱਬ ਹੀ ਹੈ। ਜੇ ਗੱਲ ਸਮਝ ਆ ਜੇ ਨਾ, ਸਾਡੇ ਸੰਸਾਰ ਅੰਦਰੋਂ ਲੜਾਈ ਝਗੜੇ ਖਤਮ ਹੋ ਸਕਦੇ ਨੇ। ਜੇ ਇਸ ਵਿਸ਼ੇ ਬਾਰੇ ਅਸੀਂ ਵਿਚਾਰੀਏ, ਕਿਉਂਕਿ ਰੱਬ ਕਿਤੇ ਇਹ ਨਹੀਂ ਕਹਿੰਦਾ ਕਿ ਕੋਈ ਬੰਦਾ ਮੇਰੀ ਪੂਜਾ ਕਰੇ, ਕੋਈ ਮੈਨੂੰ ਫੁੱਲ ਅਰਪਣ ਕਰੇ, ਕੋਈ ਮੈਨੂੰ ਦੁੱਧ ਅਰਪਣ ਕਰੇ। ਸਤਿਗੁਰ ਮਹਾਰਾਜ ਤਾਂ ਇਹ ਕਹਿੰਦੇ ਨੇ, ਪਰਮਾਤਮਾ ਜੀ ਤਾਂ ਬਾਰੇ ਆਪਾਂ ਨੂੰ ਇਹ ਖਿਆਲ ਦਿੰਦੇ ਨੇ ਬਾਬਾ ਕਬੀਰ ਜੀ, ਭਾਈ ਉਹ ਪਰਮਾਤਮਾ ਖਲਕਤ ਅੰਦਰ ਵਸਿਆ ਹੋਇਆ ਹੈ। ਕੁਦਰਤ ਕੇ ਸਭ ਬੰਦੇ ਗੱਲ ਵਾਲੀ ਸਮਝ ਆ ਗਈ ਨਾ, ਜਦੋਂ ਕੁਦਰਤ ਕੇ ਸਭ ਬੰਦੇ ਵਾਲੀ ਜਿਹੜੀ ਵਿਚਾਰ ਹੈ, ਜਦੋਂ ਇਹ ਗੱਲ ਸਮਝ ਆ ਗਈ ਵੀ ਖਲਕਤ ਵਿੱਚ ਬੈਠਿਆ ਰੱਬ ਸਾਰਿਆਂ ਅੰਦਰ ਰਮਿਆ ਹੋਇਆ, ਵਸਿਆ ਹੋਇਆ। ਪਾਤਸ਼ਾਹ ਜੀ ਕਹਿ ਰਹੇ ਨੇ, ਤੂੰ ਤਰਬਰਹੁ ਪੰਖੀ ਆਹੇ, ਮੰਦ ਭਾਗੀ ਤੇਰੋ ਦਰਸ਼ਨ ਨਾਹੇ। ਪਰ ਹਾਲੇ ਵੀ ਮੇਰੇ ਮੰਦੜੇ ਭਾਗ ਨੇ। ਕਿੰਨੇ ਸੌਖੇ ਤਰੀਕੇ ਨਾਲ ਤੂੰ ਪ੍ਰਮਾਤਮਾ ਬਾਰੇ ਦੱਸ ਦਿੱਤਾ ਵਾਹਿਗੁਰੂ, ਕਿੰਨੇ ਸੌਖੇ ਤਰੀਕੇ ਨਾਲ ਬਾਬਾ ਕਬੀਰ ਜੀ ਤੁਸੀਂ ਰੱਬ ਬਾਰੇ ਸਮਝਾ ਦਿੱਤਾ। ਪਰ ਮੇਰੇ ਮੰਦੇ ਭਾਗ ਨੇ, ਮੰਦੇ ਕਰਮ ਨੇ, ਮੈਨੂੰ ਹਾਲੇ ਤੱਕ ਵੀ ਰੱਬ ਨਹੀਂ ਦਿਸਿਆ। ਮੈਂ ਲੱਭਦਾ ਤੀਰਥਾਂ ਤੋਂ, ਮੈਂ ਲੱਭਦਾ ਜੰਗਲਾਂ 'ਚੋਂ। ਅੱਗੇ ਮਹਾਰਾਜ ਕਹਿ ਰਹੇ ਨੇ, ਤੂੰ ਸਤਿਗੁਰ ਹਉ ਨੌਤਨ ਚੇਲਾ।
ਕਹਿ ਕਬੀਰ ਮਿਲ ਅੰਤ ਕੀ ਵੇਲਾ। ਬਾਬਾ ਕਬੀਰ ਜੀ ਕਹਿ ਰਹੇ ਨੇ ਜੀ ਇਸ ਸ਼ਬਦ ਅੰਦਰ, ਬਾਬਾ ਕਬੀਰ ਜੀ ਕਹਿ ਰਹੇ ਨੇ ਅਖੀਰ ਦੇ ਵਿੱਚ, ਹੇ ਪ੍ਰਭੂ ਤੂੰ ਮੇਰਾ ਗੁਰੂ ਹੈ। ਪਰਮਾਤਮਾ ਜੀ ਮੈਂ ਤੈਨੂੰ ਗੁਰੂ ਮੰਨਿਆ, ਮੈਂ ਤੇਰਾ ਚੇਲਾ, ਮੈਂ ਤੇਰਾ ਸਿੱਖ ਹਾਂ। ਭਾਵ ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ। ਕਬੀਰ ਜੀ ਆਖਦੇ ਹਨ, ਬਾਬਾ ਕਬੀਰ ਜੀ ਕਹਿੰਦੇ ਹਨ, ਹੁਣ ਤਾਂ ਮਨੁੱਖਾ ਜਨਮ ਅਖੀਰ ਦਾ ਜਿਹੜਾ ਵੇਲਾ ਹੈ, ਮੈਨੂੰ ਜ਼ਰੂਰ ਮਿਲ। ਭਟਕਦਿਆਂ ਭਟਕਦਿਆਂ ਆਤਮਿਕ ਤੌਰ 'ਤੇ ਕਿੰਨੀ ਮੈਂ ਜ਼ਿੰਦਗੀ ਬਤੀਤ ਕਰਤੀ, ਕਿੰਨੀਆਂ ਜੂਨਾਂ ਭੋਗ ਲਈਆਂ। ਹੇ ਬਾਬਾ ਕਬੀਰ ਸਾਹਿਬ ਜੀ ਕਹਿ ਰਹੇ ਨੇ, ਹੇ ਪ੍ਰਮਾਤਮਾ ਜੀ ਹੁਣ ਤਾਂ ਮੈਨੂੰ ਮਿਲ ਜਾ, ਹੁਣ ਤਾਂ ਦੀਦਾਰ ਦੇ ਜਾ। ਇੱਥੇ ਇਹਦਾ ਸ਼ਬਦ ਦਾ ਜਿਹੜਾ ਭਾਵ ਬਣਦਾ ਜੀ, ਬਾਬਾ ਕਬੀਰ ਜੀ ਕਹਿ ਰਹੇ ਨੇ, ਜਿਉਂ ਜਿਉਂ ਮਨੁੱਖ ਨਾਮ ਜਪਦਾ ਹੈ, ਨਾਮ ਧਿਆਉਂਦਾ ਹੈ, ਤਿਉਂ ਤਿਉਂ ਉਸ ਨੂੰ ਨਾਮ ਦਾ ਵਧੇਕ ਰਸ ਆਉਂਦਾ ਹੈ, ਆਨੰਦ ਆਉਂਦਾ ਨਾਮ ਦਾ। ਅਤੇ ਉਹ ਪ੍ਰਭੂ ਹੀ ਆਪਣੀ ਓਟ ਆਸਰਾ, ਉਸ ਮਾਲਕ ਨੂੰ, ਪਰਮਾਤਮਾ ਨੂੰ ਹੀ ਓਟ ਆਸਰਾ ਬਣਾ ਲੈਂਦਾ ਅਤੇ ਪ੍ਰਭੂ ਉਹਦੇ ਸਿਰ 'ਤੇ ਹੱਥ ਰੱਖਦਾ, ਉਹਨੇ ਵਿਕਾਰਾਂ ਤੋਂ ਬਚਾ ਕੇ ਰੱਖਦਾ। ਪ੍ਰਤੱਖ ਦੀਦਾਰ ਉਹਨੂੰ ਹੋ ਜਾਂਦੇ ਨੇ ਪਰਮਾਤਮਾ ਦੇ। ਗੁਰੂ ਕਿਰਪਾ ਕਰੇ ਜੀ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਅਗਲੇ ਸ਼ਬਦ ਦੀ ਵਿਚਾਰ ਕਰਾਂਗੇ। ਇਸੀ ਲੜੀਵਾਰ ਭਗਤ ਬਾਣੀ ਦਾ 2 ਨੰਬਰ ਸ਼ਬਦ, ਗੁਰੂ ਕਿਰਪਾ ਕਰੇ। ਆਓ ਗੁਰਮੁਖੋ ਸੰਖੇਪ ਜਿਹੜੀ ਆਪਾਂ ਵਿਚਾਰ ਕਰਦੇ ਹਾਂ ਗੁਰੂ ਅਰਜਨ ਸਾਹਿਬ ਦੇ ਜੀਵਨ ਬਾਰੇ। ਪਿਛਲੇ ਦੀਵਾਨਾਂ ਵਿੱਚ ਜਿਹੜੀ ਆਪਾਂ ਵਿਚਾਰ ਕਰਦੇ ਆ ਰਹੇ ਸੀ ਜੀ, ਆਦਿਬੀੜ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ, ਸੰਪਾਦਨਾ ਕੀਤੀ ਗਈ। ਬੜੀ ਮਿਹਨਤ ਵਾਲਾ, ਬੜੀ ਮੁਸ਼ੱਕਤ ਵਾਲਾ ਕਾਰਜ ਸੀ। ਬਾਣੀ ਨੂੰ ਬੜੀ ਵਿਉਂਤਬੰਦੀ ਨਾਲ, ਤੁਕਬੰਦੀ ਨਾਲ ਇੱਕ ਪਾਵਨ ਪਵਿੱਤਰ ਮਹਾਰਾਜ ਨੇ ਗ੍ਰੰਥ ਤਿਆਰ ਕੀਤਾ। ਅੱਜ ਆਪਾਂ ਜਿਹੜੀ ਸੰਖੇਪ ਜੀ ਗੱਲ ਕਰਾਂਗੇ ਜੀ ਭਾਈ ਬੰਨੋ ਜੀ ਬਾਰੇ। ਭਾਈ ਬੰਨੋ ਜੀ ਵਾਲੀ ਬੀੜ ਬਾਰੇ ਆਪਾਂ ਗੱਲ ਕਰਾਂਗੇ। ਭਾਈ ਬੰਨੋ ਜੀ ਕੌਣ ਸੀ? ਭਾਈ ਬੰਨੋ ਜੀ ਜ਼ਿਲ੍ਹਾ ਗੁਜਰਾਤ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ ਜੀ, ਤਹਿਸੀਲ ਫਾਲੀਆ ਦੇ ਇੱਕ ਪਿੰਡ ਮੰਗਟ ਦੇ ਰਹਿਣ ਵਾਲੇ ਸੀ ਭਾਈ ਬੰਨੋ ਜੀ। ਭਾਈ ਬੰਨੋ ਜੀ ਗੁਰੂ ਅਰਜਨ ਸਾਹਿਬ ਦੇ ਅਨੰਨ ਸੇਵਕ ਸੀ, ਸਿੱਖ ਸੀ। ਗੁਰੂ ਅਰਜਨ ਮਹਾਰਾਜ ਇਹ ਚਾਹੁੰਦੇ ਸਨ ਕਿ ਆਦਿਬੀੜ ਦੀ ਤਿਆਰੀ ਤੋਂ ਪਹਿਲਾਂ, ਆਦਿਬੀੜ ਦੀ ਤਿਆਰੀ ਤੋਂ ਪਹਿਲਾਂ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਗੱਲ ਚਾਹੁੰਦੇ ਸੀ, ਜਿਵੇਂ ਆਪਾਂ ਕੱਲ੍ਹ ਜਿਹੜੀ ਵਿਚਾਰ ਕਰ ਰਹੇ ਸੀ ਵੀ 1.5 ਸਾਲ ਦਾ ਸਮਾਂ ਲੱਗ ਗਿਆ ਸੀ ਜੀ ਬੀੜ ਲਿਖਣ ਵਾਸਤੇ। ਲਿਖਾਰੀ ਭਾਈ ਗੁਰਦਾਸ ਜੀ ਸੀ। ਭਾਈ ਗੁਰਦਾਸ ਜੀ ਲਿਖਾਰੀ ਸੀ। ਗੁਰੂ ਅਰਜਨ ਸਾਹਿਬ ਜੀ ਸਭ ਦੱਸ ਰਹੇ ਸੀ ਵੀ ਕਿਸ ਤਰ੍ਹਾਂ ਕਿਹੜੀ ਬਾਣੀ ਕਿੱਥੇ ਦਰਜ ਕਰਨੀ ਹੈ, ਕਿਉਂਕਿ ਜੇ ਪ੍ਰਕਾਸ਼ ਹੋ ਜਾਂਦੀ ਬੀੜ ਫਿਰ ਉਤਾਰਾ ਕਰਨਾ ਔਖਾ ਹੋ ਜਾਂਦਾ ਸੀ, ਕਿਉਂਕਿ ਪ੍ਰਕਾਸ਼ ਹੋ ਜਾਣਾ ਸੀ। ਗੁਰੂ ਅਰਜਨ ਸਾਹਿਬ ਦਾ ਇਹ ਖਿਆਲ ਸੀ ਵੀ ਪਹਿਲਾਂ ਇਸ ਬੀੜ ਦੇ ਉਤਾਰੇ ਕਈ ਕੀਤੇ ਜਾਣ, ਕਿਉਂਕਿ ਅੱਜ ਕੱਲ੍ਹ ਮੈਂ ਗੱਲ ਕਰ ਰਿਹਾ ਸੀ ਵੀ ਅੱਜ ਤਾਂ ਮਸ਼ੀਨੀ ਯੁੱਗ ਹੈ। ਮਸ਼ੀਨਾਂ ਦੇ ਨਾਲ ਕਿੰਨਾ ਕੁਝ ਤਿਆਰ ਹੋ ਜਾਂਦਾ ਪਲਾਂ ਦੇ ਵਿੱਚ, ਮਿੰਟਾਂ ਸਕਿੰਟਾਂ ਦੇ ਵਿੱਚ। ਪੁਰਾਤਨ ਸਮਾਂ ਹੁੰਦਾ ਸੀ, ਸਾਡੇ ਸਿੱਖ ਵਿਦਵਾਨ ਸੀ ਜਿਹੜੇ, ਗੁਰੂ ਸਾਹਿਬਾਨ ਸੀ ਜਿਹੜੇ, ਉਹ ਹੱਥ ਨਾਲ ਲਿਖਿਆ ਕਰਦੇ ਸੀ। ਪੁਰਾਤਨ ਸਮਿਆਂ ਦੇ ਅੰਦਰ ਸਿਆਹੀ ਨੂੰ ਤਿਆਰ ਕਰਨ ਦੇ ਸਮਾਂ ਲੱਗਦਾ ਸੀ। ਤਿਆਰ ਕਰਕੇ ਜਦੋਂ ਲਿਖਿਆ ਜਾਂਦਾ ਸੀ, ਲਿਖ ਕੇ ਉਹਨੂੰ ਸੁਕਾਇਆ ਜਾਂਦਾ ਸੀ, ਉਦੋਂ ਸਮਾਂ ਲੱਗ ਜਾਂਦਾ ਸੀ। ਬਹੁਤ ਸਮਾਂ ਲੱਗ ਜਾਂਦਾ ਸੀ ਜੀ ਇਸ ਤਰ੍ਹਾਂ ਕਾਰਜ ਕਰਦੇ ਕਰਦੇ। ਹੁਣ ਇਹ ਕਾਰਜ ਬਹੁਤ ਵੱਡਾ ਸੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵਾਲਾ, ਆਦਿਬੀੜ ਦੀ ਲਿਖਾਈ ਵਾਲਾ। ਭਾਈ ਗੁਰਦਾਸ ਜੀ ਨੇ ਬਹੁਤ ਬੜੀ ਉੱਤਮ ਸੇਵਾ ਕੀਤੀ ਹੈ ਗੁਰੂ ਅਰਜਨ ਸਾਹਿਬ ਦੇ ਨਾਲ। ਪਾਤਸ਼ਾਹ ਜੀ ਨੇ ਸੋਚਿਆ, ਮਹਾਰਾਜ ਕਹਿੰਦੇ ਵੀ ਬੀੜ ਦੇ ਉਤਾਰੇ ਹੋਰ ਕੀਤੇ ਜਾਣ। ਜਦੋਂ ਆਦਿਬੀੜ ਦੀ ਥੋੜ੍ਹੀ ਕੁ ਬਾਣੀ ਲਿਖਣੀ ਰਹਿ ਗਈ, ਹੁਣ ਗੁਰੂ ਅਰਜਨ ਸਾਹਿਬ ਨੇ ਜਿਹੜਾ ਅਗਲਾ ਕੰਮ ਕੀਤਾ, ਉਹਨਾਂ ਨੇ ਇਸ ਕੰਮ ਦੀ ਨਿਗਰਾਨੀ ਵਾਸਤੇ ਭਾਈ ਬੰਨੋ ਜੀ ਦੀ ਸੇਵਾ ਲਗਾਈ। ਭਾਈ ਬੰਨੋ ਜੀ ਨੂੰ ਬੁਲਾਇਆ, ਭਾਈ ਬੰਨੋ ਜੀ ਦੀ ਸੇਵਾ ਲਗਾ ਦਿੱਤੀ। ਸਿੱਖ ਇਤਿਹਾਸ ਨੇ ਇਹਨਾਂ ਜਿਹੜੇ ਬੀੜ ਲਿਖਣ ਵਾਲੇ ਲਿਖਾਰੀ ਸੀ, ਇਹਨਾਂ ਦੀ ਗਿਣਤੀ 12 ਕਰਕੇ ਲਿਖਿਆ ਜੀ। 12-13 ਲਿਖਾਰੀ ਸੀ ਜਿਹੜੇ ਰੋਜ਼ਾਨਾ ਲਿਖਦੇ ਰਹਿੰਦੇ ਸੀ।
12-13 ਦੇ ਕਰੀਬ ਇਹ ਲਿਖਾਰੀ ਸੀ ਜੋ ਰੋਜ਼ਾਨਾ ਲਿਖਦੇ ਰਹਿੰਦੇ ਸੀ। ਤੁਸੀਂ ਵੇਖੋ ਇਹਨਾਂ ਨੂੰ ਲਿਖਣ ਦਾ ਵੀ ਮਹਾਰਾਜ ਭੇਟਾ ਦਿੰਦੇ ਹੁੰਦੇ ਸੀ, ਗੁਰੂ ਅਰਜਨ ਸਾਹਿਬ ਮਹਾਰਾਜ। ਕਿਉਂਕਿ ਕੁਝ ਜਿਹੜੇ ਲਿਖਣ ਵਾਲੇ ਲਿਖਾਈ ਜਿਨ੍ਹਾਂ ਦੀ ਵਧੀਆ ਸੀ, ਲਿਖਾਰੀ ਸੀ, ਉਹ ਇੱਥੇ ਗੁਰੂ ਅਰਜਨ ਸਾਹਿਬ ਦੇ ਕੋਲ ਆ ਕੇ ਰਹਿਣ ਲੱਗ ਪਏ ਸੀ। ਉਹਨਾਂ ਦਾ ਘਰ ਪਰਿਵਾਰ ਦਾ ਗੁਜ਼ਾਰਾ ਹੋਣ ਲੱਗ ਗਿਆ, ਘਰ ਪਰਿਵਾਰ ਵਧੀਆ ਚੱਲਣ ਲੱਗ ਗਿਆ। ਸਤਿਗੁਰੂ ਮਹਾਰਾਜ ਜਿੰਨੀ ਵੀ ਉਹਨਾਂ ਦੀ ਮਿਹਨਤ ਲੱਗਦੀ ਸੀ, ਲਿਖਣ ਦੇ ਸਮਾਂ ਵਧੀਆ ਲੱਗਦਾ ਸੀ, ਮਹਾਰਾਜ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਨੂੰ ਦਸਵੰਧ ਦੀ ਮਾਇਆ 'ਚੋਂ ਭੇਟਾ ਵੀ ਦਿੰਦੇ ਰਹੇ ਨੇ। ਇੱਥੇ ਆ ਕੇ ਲਿਖਾਰੀ ਲਿਖ ਰਹੇ ਨੇ, ਭਾਈ ਬੰਨੋ ਜੀ ਸਭ ਦੇਖ ਰੇਖ ਕਰ ਰਹੇ ਨੇ। ਬੰਨੋ ਜੀ ਦੀ ਡਿਊਟੀ ਲਗਾ ਦਿੱਤੀ। ਭਾਈ ਗੁਰਦਾਸ ਜੀ ਆਦਿ ਬੀੜ ਲਿਖਣ ਸਮੇਂ ਜਦੋਂ ਅਸੀਂ ਭਾਈ ਗੁਰਦਾਸ ਜੀ ਦੇ ਜੀਵਨ ਨੂੰ ਪੜ੍ਹਦੇ ਹਾਂ, ਉਹਨਾਂ ਦੇ ਜੀਵਨ ਵਿੱਚੋਂ ਇਹ ਵੀ ਗੱਲ ਆਉਂਦੀ ਆ, ਭਾਈ ਗੁਰਦਾਸ ਜੀ ਜਦੋਂ ਆਦਿ ਬੀੜ ਲਿਖਣ ਲੱਗ ਰਹੇ ਸੀ, ਲਿਖਣੀ ਸ਼ੁਰੂ ਹੋ ਰਹੀ ਸੀ, ਪਹਿਲਾਂ ਭਾਈ ਗੁਰਦਾਸ ਜੀ ਰਾਗ ਦੇ ਅਨੁਸਾਰ, ਵੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟੋਟਲ 31 ਰਾਗ ਨੇ ਜੀ। 31 ਰਾਗਾਂ ਵਿੱਚ ਬਾਣੀ ਦਰਜ ਹੈ। ਸਭ ਤੋਂ ਪਹਿਲਾਂ 30 ਰਾਗਾਂ ਵਿੱਚ ਬਾਣੀ ਦਰਜ ਕੀਤੀ ਗਈ ਸੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। 31ਵਾਂ ਜਿਹੜਾ ਰਾਗ ਹੈ ਜੈਜਾਵੰਤੀ ਰਾਗ, ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਹੈ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕੀ ਕਰਦੇ ਹੁੰਦੇ ਸੀ, ਜਿਹੜੇ ਕੋਰੇ ਕਾਗਜ਼ ਹੁੰਦੇ ਨੇ, ਕੋਰੇ ਕਾਗਜ਼ਾਂ ਦੀਆਂ ਗੁੱਥੀਆਂ ਬਣਾ ਲੈਂਦੇ ਸੀ, ਥੱਬੀਆਂ ਬਣਾ ਲੈਂਦੇ ਸੀ, ਵੀ ਜਿਵੇਂ ਜਿਹੜਾ ਰਾਗ ਜਿੰਨਾ ਕੁ ਰਾਗ ਹੁੰਦਾ ਉਨੇ ਕੋ ਥੱਬੀ ਬਣਾ ਲੈਂਦੇ, ਵੀ ਇਹ ਰਾਗ ਇੰਨਾ ਕੁ ਹੈ, ਇੰਨੇ ਪੰਨਿਆਂ ਤੇ, ਇੰਨੇ ਸਫੈਦ ਪੰਨਿਆਂ ਤੇ ਲਿਖਿਆ ਜਾਣਾ ਹੈ। ਤੁਸੀਂ ਵੇਖੋਗੇ ਨਾ ਜਿਹੜੀ ਪੁਰਾਤਨ ਬੀੜਾਂ ਨੇ, ਕੁਝ ਪੁਰਾਤਨ ਬੀੜਾਂ ਦੇ ਵਿੱਚ ਕੁਝ ਅੰਗ ਨੇ ਜਿਹੜੇ ਉਹ ਖਾਲੀ ਵੀ ਪਏ ਨੇ, ਰਹਿ ਜਾਂਦੇ ਸੀ, ਇਸੇ ਤਰ੍ਹਾਂ ਉਹ ਨਾਲ ਲਾ ਦਿੱਤੇ ਜਾਂਦੇ ਸੀ। ਪਾਤਸ਼ਾਹ ਜੀ ਦੀ ਨਿਗਰਾਨੀ ਹੇਠ ਸਭ ਕੁਝ ਹੋ ਰਿਹਾ ਹੈ, ਬੜੀ ਸੂਝ ਨਾਲ, ਬੜੀ ਲਿਆਕਤ ਨਾਲ। ਇਹ ਸਾਰਾ ਕਾਰਜ ਮਹਾਰਾਜ ਨੇ ਆਪਣੀ ਨਿਗਰਾਨੀ ਦੇ ਹੇਠ ਪੂਰਾ ਕਰਾਇਆ। ਅੱਗੇ ਜਿਹੜੀ ਆਪਾਂ ਇਹ ਵੀ ਇੱਕ ਕਾਰਨ ਪੜ੍ਹਦੇ ਹਾਂ ਜੀ, ਆਦਿ ਬੀੜ ਦੇ ਵਿੱਚ ਕਿਸੇ ਰਾਗ ਜਦੋਂ ਸਮਾਪਤ ਹੁੰਦਾ ਸੀ, ਅੰਤ ਕਈ ਪੰਨੇ ਆਪਾਂ ਨੂੰ ਖਾਲੀ ਮਿਲਦੇ ਨੇ, ਉਹਦੇ ਬਾਰੇ ਆਪਾਂ ਗੱਲ ਕਰ ਰਹੇ ਸੀ। ਭਾਈ ਬੰਨੋ ਦੀ ਨਿਗਰਾਨੀ ਹੇਠ ਦੂਜਾ ਜਿਹੜਾ ਉਤਾਰਾ ਕੀਤਾ ਗਿਆ, ਪਹਿਲਾ ਉਤਾਰਾ ਕੀਤਾ ਗਿਆ ਭਾਈ ਗੁਰਦਾਸ ਜੀ ਨਾਲ, ਦੂਜਾ ਜਿਹੜਾ ਉਤਾਰਾ ਕੀਤਾ ਗਿਆ ਭਾਈ ਬੰਨੋ ਜੀ ਨਿਗਰਾਨੀ ਹੇਠ। ਭਾਈ ਬੰਨੋ ਜੀ ਜਿਹੜੀ ਉਹ ਬੀੜ ਸੀ, ਗੁਰੂ ਦੀ ਆਗਿਆ ਲੈ ਕੇ ਜਿਹੜੀ ਬੀੜ ਦੂਸਰਾ ਉਤਾਰਾ ਕੀਤਾ ਗਿਆ ਸੀ, ਉਹ ਆਗਿਆ ਲੈ ਕੇ ਆਪਣੇ ਪਿੰਡ ਮੰਗਟ ਲੈ ਗਏ ਸੀ ਉਸ ਬੀੜ ਨੂੰ, ਪਾਕਿਸਤਾਨ ਦੇ ਵਿੱਚ। ਪਹਿਲਾਂ ਉਹਨਾਂ ਦੇ ਪਿੰਡ ਦਾ ਨਾਮ ਸੀ ਜੀ ਖਾਰਾ। ਭਾਈ ਬੰਨੋ ਜੀ ਜਿਹੜਾ ਪਿੰਡ ਸੀ, ਉੱਥੇ ਦੀ ਸੰਗਤ ਨੂੰ ਖਾਰੇ ਦੀ ਸੰਗਤ ਵੀ ਕਿਹਾ ਜਾਂਦਾ ਸੀ। ਭਾਈ ਬੰਨੋ ਜੀ ਦੀ ਸੰਤਾਨ ਪਾਸ ਗੁਰੂ ਸਾਹਿਬ ਦੇ ਹੁਕਮਨਾਮੇ ਵੀ ਸਾਹਮਣੇ ਹੋਏ ਸੀ ਉਹਨਾਂ ਕੋਲ, ਅਤੇ ਖਾਰੇ ਦੀ ਸੰਗਤ ਨੂੰ ਸੰਬੋਧਨ ਕਰਕੇ ਮਹਾਰਾਜ ਨੇ ਹੁਕਮਨਾਮੇ ਵਿੱਚ ਬਹੁਤ ਕੁਝ ਲਿਖਿਆ ਸੀ, ਅਤੇ ਪਿੰਡ ਦਾ ਨਾਮ ਖਾਰ ਮੰਗਠ ਪੈ ਗਿਆ। ਇਸ ਤਰ੍ਹਾਂ ਪਿੰਡ ਦਾ ਨਾਮ ਬਦਲਦਾ ਗਿਆ। ਖਾਰੇ ਜਿਹੜਾ ਖਾਰੇ ਪਿੰਡ ਤੋਂ ਲੈ ਕੇ ਖਾਰੇ ਪਿੰਡ ਦੇ ਰਹਿਣ ਵਾਲੇ ਭਾਈ ਬੰਨੋ ਜੀ ਸੀ, ਦੁਬਾਰਾ ਫਿਰ ਇਸ ਪਿੰਡ ਦਾ ਨਾਮ ਮੰਗਠ ਪੈ ਗਿਆ। ਫਿਰ ਇਹ ਬੀੜ ਵੀ ਮੰਗਟ ਵਾਲੀ ਬੀੜ, ਖਾਰ ਵਾਲੀ ਬੀੜ ਇਸ ਤਰ੍ਹਾਂ ਪ੍ਰਸਿੱਧ ਹੋ ਗਈ। ਭਾਈ ਬੰਨੋ ਜੀ ਦੇ ਪਿੰਡ ਵਿੱਚ ਇਸ ਬੀੜ ਤੋਂ ਹੋਰ ਵੱਡੇ ਉਤਾਰੇ ਕੀਤੇ ਗਏ। ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਕਾਲ ਵਿੱਚ ਕੁਝ ਉਤਾਰੇ ਕੀਤੇ ਗਏ। ਇਸ ਪਿੰਡ ਦੇ ਵਿੱਚ ਵੀ ਇਤਿਹਾਸਕਾਰ ਇੱਥੇ ਲਿਖਦੇ ਨੇ ਜੀ, ਜ਼ਿਲ੍ਹਾ ਗੁਜਰਾਤ ਦੇ ਪਿੰਡ ਬਹੁਤ, ਤਹਿਸੀਲ ਫਾਲੀਆ, ਪਿੰਡ ਲਾਲਾ ਅਤੇ ਵਾਸੂ, ਇਹਨਾਂ ਪਿੰਡਾਂ ਵਿੱਚ ਇਸ ਬੀੜ ਦੇ ਉਤਾਰੇ ਕੀਤੇ ਗਏ। ਕਿਉਂਕਿ ਗੁਰੂ ਅਰਜਨ ਸਾਹਿਬ ਨੇ ਸਿੱਖਾਂ ਨੂੰ ਇੱਕ ਸੁਨੇਹਾ ਦੇ ਦਿੱਤਾ, ਗੁਰਬਾਣੀ ਦੇ ਗੁਟਕੇ, ਗੁਰਬਾਣੀ ਦੀਆਂ ਪੋਥੀਆਂ, ਗੁਰਬਾਣੀ ਦੀਆਂ ਬੀੜਾਂ ਦੇ ਉਤਾਰੇ ਕੀਤੇ ਜਾਣ ਲੱਗੇ ਸੀ। ਕਿਉਂਕਿ ਜਦੋਂ ਉਤਾਰੇ ਹੁੰਦੇ ਸੀ, ਉਹ ਬਾਣੀ ਦਾ ਪ੍ਰਚਾਰ ਦੂਰ ਦੂਰ ਤੱਕ ਫੈਲਦਾ ਸੀ। ਵੇਖੋ ਇਹ ਗੱਲ ਮੈਂ ਆਖਾਂ, ਅੱਜ ਸਾਡੇ ਕੋਲ ਸਾਧਨ ਬਹੁਤ ਨੇ, ਪ੍ਰਚਾਰ ਦੀ ਗੱਲ ਕਰ ਲਓ, ਬਾਣੀ ਪੜ੍ਹਨ ਦੀ ਗੱਲ ਕਰ ਲਓ, ਬਾਣੀ ਸੁਣਨ ਦੀ ਗੱਲ ਕਰ ਲਓ। ਪੁਰਾਤਨ ਸਮਾਂ ਐਸਾ ਸੀ ਵੀ ਸਾਧਨ ਬਹੁਤ ਘੱਟ ਸੀ, ਬਹੁਤੇ ਸਾਧਨ ਨਹੀਂ ਸੀ ਬਾਣੀ ਦੇ ਪ੍ਰਚਾਰ ਦੇ, ਪਰ ਫਿਰ ਵੀ ਮਹਾਰਾਜ ਨੇ ਹੱਥ ਲਿਖਤਾਂ ਦੇ ਨਾਲ ਕਿੰਨਾ ਗੁਰਬਾਣੀ ਦਾ ਪ੍ਰਚਾਰ ਕਰ ਦਿੱਤਾ। ਅੱਜ ਅਸੀਂ ਅਵੇਸਲੇ ਹੁੰਨੇ ਜਾਂਦੇ ਹਾਂ ਗੁਰਬਾਣੀ ਪੜ੍ਹਨ ਵੱਲੋਂ, ਗੁਰਬਾਣੀ ਸੁਣਨ ਵੱਲੋਂ, ਕਿਉਂਕਿ ਸਾਡਾ ਮੇਨ ਕਾਰਜ ਸਵਾਰਨ ਵਾਲੀ ਬਾਣੀ ਹੈ, ਆਪੇ ਨੂੰ ਸਵਾਰਨ ਵਾਲੀ ਬਾਣੀ ਹੈ। ਪਰ ਅੱਜ ਅਸੀਂ ਅਵੇਸਲੇ ਹੋ ਗਏ ਹਾਂ। ਕਿੰਨੀ ਮਿਹਨਤ ਮਸ਼ੱਕਤ ਨਾਲ ਭਾਈ ਬੰਨੋ ਜੀ ਦੇ ਪਿੰਡ ਵੀ ਉਤਾਰੇ ਕੀਤੇ ਜਾਂਦੇ ਰਹੇ। ਕੁਝ ਇਤਿਹਾਸ ਅੰਦਰ ਇਹ ਵੀ ਜ਼ਿਕਰ ਮਿਲਦਾ ਜੀ, ਕੁਝ ਗੁਰੂ ਸਾਹਿਬ ਜੀ ਜਦੋਂ ਬਾਣੀ ਉਚਾਰਨ ਕਰਦੇ ਨੇ ਨਾ,
ਕੁਝ ਸਵਾਰਥੀ ਲੋਕਾਂ ਨੇ ਨਕਲੀ ਬਾਣੀਆਂ ਵੀ ਉਚਾਰਨ ਕੀਤੀਆਂ, ਪਰ ਗੁਰੂ ਅਰਜਨ ਸਾਹਿਬ ਮਹਾਰਾਜ ਸੁਚੇਤ ਕਰਦੇ ਰਹੇ, ਭਾਈ ਬੰਨੋ ਜੀ ਸੁਚੇਤ ਕਰਦੇ ਰਹੇ। ਆਦਵੀੜ ਦੀ ਸੰਪੂਰਨ ਜਦੋਂ ਹੋ ਗਈ ਆਦਵੀੜ, ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ, ਅਖੀਰ ਦੇ ਵਿੱਚ ਥਾਲ ਵਿੱਚ ਤਿੰਨ ਵਸਤੂ ਪਈ ਸਤ ਸੰਤੋਖ ਵਿਚਾਰੋ। ਆ ਸਾਰਾ ਆਪਾਂ ਸ਼ਬਦ ਪੜ੍ਹਦੇ ਹਾਂ। ਮਹਾਰਾਜ ਨੇ ਗੱਲ ਆਖੀ ਵੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਬਾਰੇ ਇੱਕ ਐਲਾਨ ਕੀਤਾ, ਗੁਰੂ ਗ੍ਰੰਥ ਸਾਹਿਬ ਰੂਪੀ ਇੱਕ ਥਾਲ ਹੈ, ਇਹਦੇ ਅੰਦਰ ਸਤ ਵੀ ਪਿਆ, ਸੰਤੋਖ ਵੀ ਪਿਆ। ਭਾਈ ਇਹਨੂੰ ਪੜ੍ਹ ਕੇ ਵਿਚਾਰ ਕੇ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਓ। ਜਿਹੜੀਆਂ ਨਕਲੀ ਬਾਣੀਆਂ ਸੀ, ਨਕਲੀ ਬਾਣੀਆਂ ਬਾਰੇ ਵੀ ਮਹਾਰਾਜ ਸੁਚੇਤ ਕਰਦੇ, ਕਿਉਂਕਿ ਪ੍ਰਿਥੀ ਚੰਦ ਵਰਗਿਆਂ ਨੇ ਬੜਾ ਰੌਲਾ ਪਾਇਆ ਸੀ। ਫਿਰ ਇਸ ਤੋਂ ਬਾਅਦ ਜਦੋਂ ਮਹਾਰਾਜ ਬਾਣੀ ਗੁਰੂ ਗ੍ਰੰਥ ਸਾਹਿਬ ਆਦਵੀੜ ਲਿਖ ਰਹੇ ਨੇ, ਲਿਖਵਾ ਰਹੇ ਨੇ ਭਾਈ ਗੁਰਦਾਸ ਜੀ ਕੋਲੋਂ, ਇੱਥੇ ਕਾਨਾ, ਪੀਲੂ, ਛੱਜੂ ਵਰਗੇ ਕੁਝ ਨਕਲੀ ਭਗਤ ਆਪਣੀ ਬਾਣੀ ਲੈ ਕੇ ਆਉਂਦੇ ਨੇ। ਮਹਾਰਾਜ ਇਹਨਾਂ ਦੀ ਬਾਣੀ ਤੋਂ ਇਨਕਾਰ ਕਰ ਦਿੰਦੇ ਨੇ। ਇਹ ਆਪਾਂ ਕੱਲ੍ਹ ਬਾਰੇ ਵਿਚਾਰ ਕਰਾਂਗੇ। ਮਹਾਰਾਜ ਕਾਨਾ, ਪੀਲੂ ਵਰਗੇ, ਛੱਜੂ ਵਰਗੇ ਜਿਹੜੇ ਨਕਲੀ ਭਗਤ ਸੀ, ਜਿਹੜੇ ਕਹਿੰਦੇ ਸੀ ਸਾਡੀ ਬਾਣੀ ਦਰਜ ਕਰੋ ਜੀ, ਮਹਾਰਾਜ ਨੇ ਇਹਨਾਂ ਦੀ ਬਾਣੀ ਨੂੰ ਇਨਕਾਰ ਕਿਉਂ ਕੀਤਾ, ਇਹਦੇ ਬਾਰੇ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਅੱਜ ਇੰਨੀ ਬੇਨਤੀ ਪ੍ਰਵਾਨ ਕਰਿਓ। ਗੁਰੂ ਕਿਰਪਾ ਕਰੇ ਜੀ, ਸਤਿਗੁਰੂ ਮਹਾਰਾਜ ਕਿਰਪਾ ਕਰਨ। ਅੰਤ ਵਿੱਚ ਫਤਿਹ ਨਾਲ ਪਾਓ ਸਾਂਝ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ